ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਢੀ ਕੁਲ ਦੇ ਭੂਖਣ ਨੇ ਪੋਹ ਦੇ ਮਹੀਨੇ ਵਿੱਚ ਅਵਤਾਰ ਧਾਰਨ ਕੀਤਾ ਸੀ। ਉਸ ਦਿਨ ਪੋਹ ਸੁਦੀ 7ਵੀਂ ਤਿਥੀ ਸੀ, ਜਿਹੜਾ ਸੁੰਦਰ ਸਮਾਂ ਜਾਣਿਆ ਜਾਂਦਾ ਹੈ। ਫਿਰ ਮਾਤਾ ਜੀ ਨੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੂਤ ਭੇਜ ਕੇ ਇੱਕ ਚਿੱਠੀ ਗੁਰੂ ਜੀ ਦੇ ਪਾਸ ਪਹੁੰਚਾਈ। ਦੂਤ ਤੁਰੰਤ ਉੱਥੇ ਪਹੁੰਚ ਕੇ ਹਾਜ਼ਰ ਹੋ ਗਿਆ। ਸਾਰੀ ਸੈਨਾ ਵਿੱਚ ਵੱਡਾ ਉਤਸਵ ਹੋਇਆ। ਰਾਜਾ ਬਿਸ਼ਨ ਸਿੰਘ ਬਹੁਤ ਪ੍ਰਸੰਨ ਹੋਇਆ। ਉਸ ਸਿੱਖ ਨੂੰ ਗੁਰੂ ਜੀ ਨੇ ਬਖਸ਼ੀਸ਼ ਦਿੱਤੀ ਅਤੇ ਲੋਕ ਪਰਲੋਕ ਵਿੱਚ ਬਹੁਤ ਸੁਖੀ ਕੀਤਾ। ਫਿਰ ਗੁਰੂ ਜੀ ਨੇ ਆਪ ਚਿੱਠੀ ਲਿਖਵਾਈ, ਹੁਣ ਅਸੀਂ ਕਾਮਰੂਪ ਦੇਸ਼ ਵਿੱਚ ਜਾ ਰਹੇ ਹਾਂ। ਰਾਜੇ ਦਾ ਕਾਰਜ ਜਦ ਬਣ ਜਾਏਗਾ ਤਦ ਅਸੀਂ ਇਸ ਥਾਂ ਆਵਾਂਗੇ। ਤੁਸੀਂ ਸਾਹਿਬਜ਼ਾਦੇ ਦੀ ਪਾਲਣਾ ਕਰੋ ਅਤੇ ਪ੍ਰਸੰਨਤਾ ਧਾਰ ਕੇ ਇਸ ਨੂੰ ਲਾਡ ਪਿਆਰ ਕਰੋ। ਦੂਤ ਹੱਥ ਭੇਜੀ ਹੋਈ ਚਿੱਠੀ ਪਟਨਾ ਸਾਹਿਬ ਪਹੁੰਚ ਗਈ, ਜਿੱਥੇ ਅਨੇਕ ਵਿਧੀਆਂ ਨਾਲ ਵਧਾਈਆਂ ਹੋ ਰਹੀਆਂ ਸਨ। ਮਾਤਾ ਨਾਨਕੀ ਜੀ ਬਹੁਤ ਬਿਰਧ ਹਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਬਾਰ-ਬਾਰ ਅਰਦਾਸਾਂ ਕਰਦੇ ਹਨ ਅਤੇ ਕਹਿੰਦੇ ਹਨ, ਵੱਖ-ਵੱਖ ਪ੍ਰਕਾਰ ਦੇ ਸਾਰੇ ਵਿਘਨ ਦੂਰ ਕਰੋ ਅਤੇ ਸਾਡੇ ਸਹਾਇਕ ਬਣੋ। ਮੇਰੇ ਪੋਤਰੇ ਦੀ ਰੱਖਿਆ ਕਰੋ, ਚੰਦ ਵਾਂਗੂ ਇਸ ਨੂੰ ਵੱਡਾ ਕਰੋ। ਨਗਰ ਦੇ ਸਾਰੇ ਇਸਤਰੀ ਪੁਰਸ਼ ਉਤਸਵ ਕਰਕੇ ਹਿਰਦੇ ਵਿੱਚ ਭਾਰੀ ਪ੍ਰਸੰਨ ਹੁੰਦੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਜਾਣ ਲੱਗੇ ਪਹਿਲਾਂ ਹੀ ਬਾਲਕ ਦਾ ਨਾਮ ਪ੍ਰਗਟ ਕਰ ਗਏ ਸਨ। ਉਹ ਨਾਮ ਧਰ ਕੇ ਬੁਲਾਉਂਦੇ ਸਨ। ਬਾਰ-ਬਾਰ ਬੁਲਾਉਣ ਨਾਲ ਹੱਸ ਪੈਂਦੇ ਸਨ। ਅਕਾਲ ਪੁਰਖ ਪਾਸੋਂ ਆਈ ਬਾਣੀ ਨਾਲ ਗੋ, ਜਿਸ ਦਾ ਮਤਲਬ ਹੈ ਪ੍ਰਿਥਵੀ ਵਿਖੇ, ਅਤੇ ਬਿੰਦ, ਜਿਸ ਦਾ ਮਤਲਬ ਹੈ ਪ੍ਰਾਪਤ ਹੋਏ। ਇਸ ਕਰਕੇ ਗੋਬਿੰਦ ਨਾਮ ਉਚਾਰਨ ਕੀਤਾ, ਜਿਸ ਦਾ ਵਿਸਤਾਰ ਚਾਰੇ ਕੁੰਟਾਂ ਵਿੱਚ ਹੋਵੇਗਾ। ਦਿਨ ਪ੍ਰਤੀ ਦਿਨ ਗੁਰੂ ਜੀ ਦਾ ਸਰੀਰ ਵੱਧਦਾ ਜਾਂਦਾ ਸੀ। ਘੁੜਾਮ ਪਿੰਡ ਵਿੱਚ ਭੀਖਣ ਸ਼ਾਹ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਹ ਆਪਣੇ ਇੱਕ ਮੁਰਸ਼ਿਦ ਦੇ ਪਾਸ ਠਸਕੇ ਪਿੰਡ ਵਿੱਚ ਰਹਿ ਰਿਹਾ ਸੀ। ਜਿਸ ਦਿਨ ਗੁਰੂ ਜੀ ਨੇ ਜੱਗ ਵਿੱਚ ਅਵਤਾਰ ਧਾਰਨ ਕੀਤਾ, ਲੋਕ ਮਰਿਆਦਾ ਵਾਸਤੇ ਪ੍ਰਭੂ ਜੀ ਇਸ ਦੁਨੀਆ ਵਿੱਚ ਆਏ। ਸਵੇਰ ਹੋਣ 'ਤੇ ਭੀਖਣ ਸ਼ਾਹ ਹਿਰਦੇ ਵਿੱਚ ਸਮਝ ਗਿਆ, ਪੁਰਸ਼ਾਂ ਨੂੰ ਸ੍ਰੇਸ਼ਟ ਸਿੱਖਿਆ ਦੇਣ ਵਾਸਤੇ ਪ੍ਰਭੂ ਨੇ ਅਵਤਾਰ ਧਾਰਿਆ ਹੈ। ਤੁਰਕਾਂ ਨੇ ਕੂੜੇ ਹੋ ਕੇ ਬੜੀ ਭੈੜੀ ਮੱਤ ਧਾਰਨ ਕੀਤੀ ਹੈ। ਕ੍ਰੋਧੀ ਨਿੰਦਿਤ ਕੰਮ ਅਤੇ ਭਿਆਨਕ ਕਰਮਾਂ ਦੇ ਕਰਨ ਵਾਲੇ ਹੋ ਗਏ ਹਨ। ਉਹਨਾਂ ਦੇ ਤੇਜ ਨੂੰ ਨਾਸ਼ ਕਰਨ ਵਾਸਤੇ ਦੇਹ ਧਾਰ ਕੇ ਗੁਰਤਾ ਪਦਵੀ ਲੈਣਗੇ। ਉਸ ਵੇਲੇ ਭੀਖਣ ਸ਼ਾਹ ਬਹੁਤ ਮੁਰੀਦਾਂ ਦੇ ਵਿੱਚ ਬੈਠਾ ਸੀ। ਫਿਰ ਹਿਰਦੇ ਵਿੱਚ ਐਸਾ ਸੰਕਲਪ ਜਾਗਿਆ, ਸਾਰਿਆਂ ਨੂੰ ਛੱਡ ਕੇ ਤੁਰੰਤ ਪ੍ਰੇਮ ਕਰਕੇ ਉੱਠਿਆ ਅਤੇ ਪੂਰਬ ਵੱਲ ਮੁੱਖ ਕੀਤਾ। ਅੱਖਾਂ ਬੰਦ ਕਰਕੇ ਹਿਰਦੇ ਵਿੱਚ ਧਿਆਨ ਧਾਰਨ ਕੀਤਾ ਅਤੇ ਆਦਰ ਨਾਲ ਹੱਥ ਜੋੜ ਕੇ ਬੈਠ ਗਿਆ। ਮਨ ਵਿੱਚ ਬਹੁਤ ਬੰਦਗੀ ਕੀਤੀ ਅਤੇ ਪਰਮ ਪ੍ਰੇਮ ਨਾਲ ਦੀਨਤਾ ਸਹਿਤ ਹੋ ਗਿਆ। ਸਿਨੇਮਰ ਹੋ ਕੇ ਧਰਤੀ 'ਤੇ ਸਿਰ ਧਰ ਦਿੱਤਾ ਅਤੇ 3 ਵਾਰ ਸਜਦਾ ਕੀਤਾ ਅਤੇ ਫਿਰ ਨੇਤਰ ਖਿੜਾ ਕੇ ਇਸ ਤਰ੍ਹਾਂ ਬੈਠ ਗਿਆ, ਮਾਨੋ ਕਿਸੇ ਗਰੀਬ ਨੂੰ ਪਾਰਸ ਲੱਭ ਪਿਆ ਹੋਵੇ। ਸਾਰੇ ਮੁਰੀਦ ਵੇਖ ਕੇ ਬਹੁਤ ਹੈਰਾਨ ਹੋਏ। ਸੋਚਣ ਲੱਗੇ, ਇਸ ਸਿਆਣੇ ਬਿਆਣੇ ਪੀਰ ਨੇ ਇਹ ਕੀ ਕੀਤਾ ਹੈ? ਇਸ ਪਾਸੇ ਕਿਸ ਨੂੰ ਸਿਰ ਨਿਵਾਇਆ ਹੈ? ਜਿਵੇਂ ਸਵੇਰੇ ਵੇਲੇ ਹਿੰਦੂ ਮੱਥਾ ਟੇਕਦੇ ਹਨ, ਪੱਛਮ ਵਾਲੇ ਪਾਸੇ ਪਿੱਠ ਕਰ ਲਈ ਹੈ। ਅਚਾਨਕ ਕੀ ਵੇਖ ਕੇ ਸਿਨੇਮਰ ਹੋ ਗਏ ਹਨ। ਫਿਰ ਉਹਨਾਂ ਨੇ ਹੱਥ ਜੋੜ ਕੇ ਭੀਖਣ ਸ਼ਾਹ ਨੂੰ ਪੁੱਛਿਆ, ਪਹਿਲਾਂ ਤਾਂ ਕਦੀ ਤੁਹਾਡੀ ਇਹ ਵਿਧੀ ਨਹੀਂ ਵੇਖੀ ਹੈ। ਸਵੇਰੇ ਉੱਠ ਕੇ ਹਿੰਦੂ ਇਸ ਪਾਸੇ ਹੱਥ ਜੋੜਦੇ ਹਨ, ਸਾਰੇ ਇਸ ਪਾਸੇ ਬੰਦਨਾ ਕਰਦੇ ਹਨ। ਅਸੀਂ ਪੱਛਮ ਵਾਲੇ ਪਾਸੇ ਸਿਰ ਨਿਵਾਉਂਦੇ ਹਾਂ, ਆਪਣੇ ਦੀਨ ਨਾਲ ਪ੍ਰੇਮ ਰੱਖਦੇ ਹਾਂ। ਆਪ ਹਮੇਸ਼ਾ ਇਸ ਤਰ੍ਹਾਂ ਕਰਦੇ ਹੋ, ਹੁਣ ਕਿਸ ਨੂੰ ਵੇਖ ਕੇ ਇਸ ਤਰ੍ਹਾਂ ਕੀਤਾ ਹੈ? ਭੀਖਣ ਸ਼ਾਹ ਨੇ ਇਹ ਸੁਣ ਕੇ ਤਦ ਕਿਹਾ, ਕਾਰਨ ਸੁਣੋ, ਜਿਵੇਂ ਮੈਂ ਵੇਖਿਆ ਹੈ। ਦੀਨ ਦੁਨੀਆ ਦਾ ਮਾਲਕ ਆਇਆ ਹੈ, ਮਨੁੱਖਾਂ ਦੇ ਧਾਰ ਕੇ ਪ੍ਰਗਟ ਹੋਇਆ ਹੈ। ਹੰਕਾਰੀਆਂ ਦੇ ਹੰਕਾਰ ਨੂੰ ਭੰਨੇਗਾ ਅਤੇ ਮਰਿਆਦਾ ਭੰਨਣ ਵਾਲਿਆਂ ਨੂੰ ਵੀ ਮਾਰੇਗਾ। ਉਸ ਦਾ ਤੇਜ ਤਿੰਨਾਂ ਲੋਕਾਂ ਵਿੱਚ ਫੈਲੇਗਾ ਅਤੇ ਉਹ ਤੁਰਕਾਂ ਦੇ ਨਗਾਰੇ ਮੂਧੇ ਕਰੇਗਾ, ਸਿੱਖ ਸੰਗਤ ਦਾ ਡਰ ਮਿਟਾਵੇਗਾ ਅਤੇ ਸਤਿਨਾਮ ਦਾ ਜਾਪ ਜਪਾਵੇਗਾ। ਆਪਣੇ ਪੰਥ ਨੂੰ ਜਗਤ ਵਿੱਚ ਪ੍ਰਗਟ ਕਰਨਗੇ। ਨੌਰੰਗਾ ਇੱਕ ਮਤ ਕਰਦਾ ਹੈ, ਇਹ 3 ਮਤ ਕਰਕੇ ਵਿਖਾਉਣਗੇ। ਇਹ ਦੁਪਹਿਰ ਦੇ ਸੂਰਜ ਵਾਂਗ ਹਨੇਰਾ ਰੂਪੀ ਵੈਰੀਆਂ ਨੂੰ ਨਾਸ਼ ਕਰਨ ਵਾਲੇ ਹਨ। ਸਵੇਰ ਹੋਣ 'ਤੇ
ਮੇਰੇ ਮਨ ਵਿੱਚ ਸੋਝੀ ਆਈ, ਇਸ ਕਰਕੇ ਮੈਂ ਉਹਨਾਂ ਨੂੰ ਸੁਖਦਾਇਕ ਵੰਦਨਾ ਕੀਤੀ ਹੈ। ਪਟਨਾ ਸ਼ਹਿਰ ਪੂਰਬ ਵਾਲੇ ਪਾਸੇ ਵਸਦਾ ਹੈ। ਮੈਂ ਹੁਣ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ। ਬੇਨਤੀ ਕਰਕੇ ਆਪਣੇ ਆਪ ਨੂੰ ਬਖਸ਼ਾ ਲਵਾਂਗਾ ਤੇ ਉਹਨਾਂ ਨੂੰ ਆਪਣਾ ਇਸ਼ਟ ਠਹਿਰਾ ਕੇ ਆਗਿਆਕਾਰੀ ਹੋਵਾਂਗਾ। ਦਰਸ਼ਨ ਕਰਕੇ ਅਤ ਪਵਿੱਤਰ ਹੋਵਾਂਗਾ ਤੇ ਅਨੇਕਾਂ ਮਨ ਅਤੇ ਤਨ ਦੇ ਗੁਨਾਹਾਂ ਨੂੰ ਦੂਰ ਕਰਾਂਗਾ। ਬਹੁਤ ਮੁਰੀਦਾਂ ਨੂੰ ਇਸ ਤਰ੍ਹਾਂ ਕਹਿ ਕੇ ਫਿਰ ਤਿਆਰ ਹੋ ਕੇ ਲੰਮਾ ਪੈਂਡਾ ਫੜ ਲਿਆ। 2 ਮੁਰੀਦ ਜਿਹੜੇ ਬਹੁਤ ਸ਼ਰਧਾ ਧਾਰਨ ਕਰਦੇ ਸਨ, ਉਹਨਾਂ ਨੂੰ ਆਪਣੇ ਨਾਲ ਲੈ ਲਿਆ। ਉਹ ਪੀਰ ਦੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਸਨ। ਹੋਰ ਸਾਰਿਆਂ ਨੂੰ ਹੌਸਲਾ ਦੇ ਕੇ ਅਤੇ ਇਹ ਕਹਿ ਕੇ ਕਿ ਕੁਝ ਦਿਨਾਂ ਬਾਅਦ ਵਾਪਸ ਆਵਾਂਗੇ, ਆਪਣੇ ਹੱਥ ਵਿੱਚ ਸੋਟਾ ਲੈ ਕੇ ਚੱਲ ਪਏ ਅਤੇ ਪ੍ਰਭੂ ਦੀ ਸ਼ਲਾਘਾ ਵਿੱਚ ਆਪਣੇ ਹਿਰਦੇ ਨੂੰ ਭਰ ਲਿਆ। ਸ਼੍ਰੀ ਕੁਰਾਨ ਸ਼ਰੀਫ ਨੂੰ ਆਪਣੇ ਨਾਲ ਲਿਆ ਤੇ ਮੁਸਲਾ ਧਾਰਨ ਕਰ ਲਿਆ। ਦੋਵੇਂ ਮੁਰੀਦ ਪਿੱਛੇ ਪਿੱਛੇ ਚੱਲ ਪਏ। ਹੌਲੀ ਹੌਲੀ ਰਾਹੇ ਰਾਹ ਜਾ ਰਹੇ ਸਨ। ਰਾਤ ਨੂੰ ਰਾਹ ਵਿੱਚ ਵਿਸ਼ਰਾਮ ਕਰਦੇ ਸਨ ਤੇ ਦਿਨ ਦੇ ਸਮੇਂ ਚੱਲਦੇ ਸਨ। ਸਾਈਂ ਭੀਖਣ ਸ਼ਾਹ ਇਸ ਤਰ੍ਹਾਂ ਆਨੰਦ ਕਰਦਿਆਂ ਹੀ ਪਟਨੇ ਸ਼ਹਿਰ ਵਿੱਚ ਦਾਖਲ ਹੋਇਆ। ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੜੀ ਲਾਲਸਾ ਸੀ। ਹੌਲੀ ਹੌਲੀ ਸਾਰੇ ਗਲੀਆਂ ਮੁਹੱਲੇ ਲੰਘ ਕੇ ਆ ਗਏ ਤੇ ਉੱਥੇ ਪਹੁੰਚ ਗਏ ਜਿੱਥੇ ਗੁਰੂ ਘਰ ਦਾ ਦਰਵਾਜ਼ਾ ਸ਼ੋਭ ਰਿਹਾ ਸੀ। ਸਮਾਂ ਮਿਲਣ ਦਾ ਮੌਕਾ ਸਮਝ ਕੇ ਭੀਖਣ ਸ਼ਾਹ ਸਾਰਿਆਂ ਪਾਸ ਖੜੇ ਰਹੇ। ਸ਼੍ਰੀ ਕਿਰਪਾਲ ਚੰਦ ਆਦਿ ਜੋ ਬੈਠੇ ਸਨ, ਉਹਨਾਂ ਪਾਸ ਹੱਥ ਜੋੜ ਕੇ ਇਸ ਤਰ੍ਹਾਂ ਕਹਿਣ ਲੱਗੇ, ਜਿਸ ਸਾਹਿਬਜ਼ਾਦੇ ਨੇ ਹੁਣ ਅਵਤਾਰ ਧਾਰਿਆ ਹੈ, ਜਿਹੜੇ ਜਗਤ ਵਿੱਚ ਸਿੱਖਾਂ ਨੂੰ ਖੁਸ਼ੀਆਂ ਦੇਣ ਵਾਸਤੇ ਆਏ ਹਨ, ਉਹਨਾਂ ਦੇ ਦਰਸ਼ਨਾਂ ਦੀ ਸਾਨੂੰ ਚਾਹਤ ਹੈ, ਜਿਸ ਕਰਕੇ ਬਹੁਤ ਦਿਨ ਲੰਮਾ ਪੈਂਡਾ ਤੈਅ ਕਰਕੇ ਆਏ ਹਾਂ। ਹੁਣ ਉਹਨਾਂ ਦੇ ਮੈਨੂੰ ਦਰਸ਼ਨ ਕਰਵਾਓ ਤੇ ਮੇਰੇ ਇਸ ਲੰਮੇ ਪੈਂਡੇ ਨੂੰ ਸਫਲ ਕਰੋ। ਸਾਡਾ ਹੋਰ ਕੋਈ ਕਾਰਜ ਨਹੀਂ ਹੈ, ਅਸੀਂ ਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਨ ਆਏ ਹਾਂ। ਇਹ ਸੁਣ ਕੇ ਭਾਈ ਕਿਰਪਾਲ ਚੰਦ ਜੀ ਨੇ ਕਿਹਾ, ਭਲਾ ਹੋਇਆ ਹੈ, ਤੁਸੀਂ ਇਸ ਸਥਾਨ 'ਤੇ ਹੀ ਠਹਿਰੋ। ਅੰਦਰ ਜਾ ਕੇ ਉਹਨਾਂ ਨੇ ਸਾਰਾ ਬ੍ਰਿਤਾਂਤ ਸੁਣਾਇਆ। ਇੱਕ ਸੈਯਦ ਪੀਰ ਚੱਲ ਕੇ ਆਇਆ ਹੈ। ਉਹ ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਹਿਰਦੇ ਵਿੱਚ ਦਰਸ਼ਨ ਕਰਨ ਦੀ ਬਹੁਤ ਅਭਿਲਾਸ਼ਾ ਹੈ। ਮਾਤਾ ਗੁਜਰੀ ਜੀ ਸਹਿਤ ਹੋਰ ਸੇਵਕ ਬੈਠੇ ਇਹ ਸਾਰੀ ਗੱਲਬਾਤ ਸੁਣ ਰਹੇ ਸਨ। ਸਾਰਿਆਂ ਦੇ ਮਨ ਵਿੱਚ ਫਿਰ ਸ਼ੰਕਾ ਹੋਇਆ। ਦਿੱਲੀ ਦਾ ਬਾਦਸ਼ਾਹ ਖੋਟੀ ਨੀਤ ਵਾਲਾ ਵੇਖਿਆ ਗਿਆ ਹੈ। ਉਸ ਨੂੰ ਖਬਰ ਮਿਲੀ ਹੈ ਕਿ ਪਾਸ ਬੁਲਾਓ, ਕੌਣ ਜਾਣਦਾ ਹੈ ਇਹ ਪੀਰ ਕਿਉਂ ਆਇਆ ਹੈ। ਸਾਡੇ ਘਰ ਨਾਲ ਜੋ ਝਗੜਾ ਕਰਦਾ ਹੈ, ਝਗੜਾਲੂ ਨੌਰੰਗਾ ਬਹੁਤ ਮੂਰਖ ਹੈ। ਪ੍ਰਭੂ ਗੁਰੂ ਤੇਗ ਬਹਾਦਰ ਜੀ ਇਸ ਸਮੇਂ ਪਾਸ ਨਹੀਂ ਹਨ, ਜਿਹੜੇ ਸਾਰਿਆਂ ਪਾਸਿਆਂ ਤੋਂ ਸੰਭਾਲ ਲੈਂਦੇ। ਸ਼੍ਰੀ ਹਰਿਕ੍ਰਿਸ਼ਨ ਜੀ, ਜਿਨ੍ਹਾਂ ਦੀ ਛੋਟੀ ਉਮਰ ਸੀ, ਉਹਨਾਂ ਨੂੰ ਵੀ ਆਪਣੇ ਪਾਸ ਬੁਲਾ ਲਿਆ ਸੀ। ਉਹਨਾਂ ਨੇ ਨਾ ਇਹਨਾਂ ਨੂੰ ਵੇਖਿਆ ਸੀ ਤੇ ਨਾ ਹੀ ਆਪਣੇ ਦਰਸ਼ਨ ਦਿੱਤੇ ਸਨ। ਸਰੀਰ ਛੱਡ ਦਿੱਤਾ ਸੀ, ਐਸਾ ਕੌਤਕ ਕੀਤਾ ਸੀ। ਬਾਦਸ਼ਾਹਤ ਦੇ ਨਸ਼ੇ ਵਿੱਚ ਮਸਤ ਹੈ, ਆਪਣਾ ਨਾਸ਼ ਹੋਣ ਵਾਸਤੇ ਅਕਾਰਨ ਕਰਤੱਵ ਕਰਦਾ ਹੈ। ਇਸ ਕਰਕੇ ਇਸ ਪੀਰ ਨੂੰ ਟਾਲਣਾ ਹੀ ਬਣਦਾ ਹੈ। ਉਸ ਨੂੰ ਰਸ ਭਰੇ ਮਿੱਠੇ ਵਚਨ ਬੋਲੋ। ਇਸ ਤਰ੍ਹਾਂ ਸਲਾਹ ਕਰਕੇ ਸ਼੍ਰੀ ਕਿਰਪਾਲ ਚੰਦ ਜੀ, ਜੋ ਕਿ ਮਾਤਾ ਗੁਜਰੀ ਜੀ ਦੇ ਭਾਈ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸਨ, ਉੱਠੇ ਤੇ ਬਾਹਰ ਆ ਕੇ ਪੀਰ ਭੀਖਣ ਸ਼ਾਹ ਨੂੰ ਮਿਲੇ ਤੇ ਕਹਿਣ ਲੱਗੇ, ਹੇ ਪੀਰ ਜੀ, ਆਪ ਜੀ ਮਹਾਨ ਹੋ, ਰਹਿਣੀ ਕਹਿਣੀ ਸਹਿਤ ਬਹੁਤ ਸਿਆਣੇ ਹੋ। ਬਾਲਕ ਹਾਲੇ 3 ਮਹੀਨਿਆਂ ਦਾ ਵੀ ਨਹੀਂ ਹੋਇਆ ਹੈ, ਹਾਲੇ ਤੱਕ ਉਸ ਨੂੰ ਬਾਹਰ ਵੀ ਨਹੀਂ ਕੱਢਿਆ ਹੈ। ਬਾਲਕ ਰੂਪ ਹੈ, ਸਾਰੇ ਅੰਗ ਬਹੁਤ ਕੋਮਲ ਹਨ। ਬੜੀ ਠੰਡੀ ਬਰਫਾਨੀ ਹਵਾ ਚੱਲ ਰਹੀ ਹੈ। ਬਾਹਰ ਨਾ ਆਉਣ ਦੇ ਬਹੁਤ ਕਾਰਨ ਹਨ। ਬਹੁਤ ਛੋਟੀ ਉਮਰ ਹੈ, ਇਸ ਕਰਕੇ ਅੰਦਰ ਤੋਂ ਬਾਹਰ ਨਹੀਂ ਆ ਸਕਦਾ ਹੈ। ਮਿਹਰਬਾਨੀ ਕਰਕੇ ਜੇ ਫੇਰ ਆਓਗੇ ਤਾਂ ਵੱਡਾ ਲਾਭ ਹੋਏਗਾ। ਤਦ ਤੱਕ ਗੁਰੂ ਜੀ ਵੀ ਆ ਜਾਣਗੇ, ਉਹਨਾਂ ਦੇ ਦਰਸ਼ਨ ਕਰਕੇ ਮਨ ਇੱਛਤ ਫਲ ਪਾਓਗੇ। ਭੀਖਣ ਸ਼ਾਹ ਇਹ ਸੁਣ ਕੇ ਬੋਲਿਆ, ਅਡੋਲ ਮਹਾਂਪੁਰਸ਼ ਨੇ ਅਵਤਾਰ ਧਾਰਿਆ ਹੈ। ਦੁਸ਼ਮਣ ਨੂੰ ਉਹ ਦੋਜ਼ਖ ਦਾ ਦੁੱਖ ਦੇਣਗੇ, ਪਿਆਰੇ ਸੇਵਕ ਸੁੱਖ ਪ੍ਰਾਪਤ ਕਰਨਗੇ। ਤੁਸੀਂ ਚਿੱਤ ਵਿੱਚ ਚਿੰਤਾ ਕਿਉਂ ਕੀਤੀ ਹੈ? ਚਿੰਤਾ ਦੀ ਰਾਤ ਵਾਸਤੇ ਉਹ ਸੂਰਜ ਸਮਾਨ ਪ੍ਰਗਟ ਹੋਏ ਹਨ। ਹਿਰਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਭਰਮ ਨਾ ਕਰੋ। ਭਰਮ ਦੀ ਤਪਸ਼ ਵਾਸਤੇ ਉਹ ਚੰਦ ਸਮਾਨ ਸੀਤਲ ਹਨ। ਡਰ ਨੂੰ ਛੱਡੋ, ਰਤਾ ਵੀ ਫਿਕਰ ਨਾ ਕਰੋ। ਇਹਨਾਂ ਨੂੰ ਡਰ ਰੂਪੀ ਹਨੇਰੇ ਵਾਸਤੇ ਦੀਪਕ ਸਮਝੋ। ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਬੈਠੇ ਹਾਂ, ਜਿਵੇਂ ਹਿਰਦੇ ਵਿੱਚ ਮਾਲਕ ਨੇ ਪ੍ਰੇਰਿਆ ਹੈ। ਇਹ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਅੰਦਰ ਪ੍ਰਵੇਸ਼ ਕੀਤਾ ਤੇ ਘਰ ਵਾਲਿਆਂ ਨੂੰ ਸਾਰੇ ਹਾਲਾਤ ਤੋਂ
ਜਾਣੂ ਕਰਵਾਇਆ। ਬਹੁਤ ਟਾਲਿਆ ਹੈ ਪਰ ਟਲਦਾ ਨਹੀਂ, ਅੜਿਆ ਬੈਠਾ ਹੈ। ਬੜਾ ਹੌਸਲਾ ਕਰਕੇ ਦਰਵਾਜ਼ੇ ਵਿੱਚ ਬੈਠਾ ਹੈ। ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ ਬਗੈਰ ਜਾਵੇਗਾ ਨਹੀਂ। ਖਾਣ ਪੀਣ ਸਭ ਕੁਝ ਛੱਡ ਦਿੱਤਾ ਹੈ। ਮਨ ਦੀ ਗਤੀ ਨਹੀਂ ਜਾਣੀ ਜਾਂਦੀ ਹੈ। ਸਰੀਰ ਦੀ ਕਿਰਿਆ ਵੇਖ ਕੇ ਤਾਂ ਪ੍ਰੇਮੀ ਹੀ ਜਾਪਦਾ ਹੈ। ਪੰਜਾਬ ਦੇਸ਼ ਵਾਲੇ ਪਾਸੇ ਦਾ ਜਾਪਦਾ ਹੈ। ਉਸ ਨੂੰ ਵਾਪਸ ਮੋੜਨ ਵਾਸਤੇ ਬਹੁਤ ਵਿਧੀਆਂ ਨਾਲ ਕਿਹਾ ਹੈ, ਬੈਠਾ ਰਿਹਾ ਹੈ। ਦਰਸ਼ਨ ਕਰਨ ਤੋਂ ਬਗੈਰ ਜਾਏਗਾ ਨਹੀਂ। ਉਸ ਦੇ ਹਿਰਦੇ ਵਿੱਚ ਵੱਡਾ ਹੱਠ ਹੈ। ਮਾਤਾ ਗੁਜਰੀ ਜੀ ਨੇ ਆਪਣੇ ਭਰਾ ਦੀ ਗੱਲ ਸੁਣ ਕੇ ਨਾ ਮੰਨੀ। ਸਪੁੱਤਰ ਅਤੀ ਪਿਆਰਾ ਹੈ। ਕਹਿਣ ਲੱਗੇ, ਮੈਂ ਬਾਲਕ ਨੂੰ ਕਿਵੇਂ ਬਾਹਰ ਭੇਜਾਂ? ਸੂਖਮ ਸਰੀਰ ਹੈ, ਇਸ ਕਰਕੇ ਅੰਦਰ ਰੱਖ ਕੇ ਹੀ ਪਾਲਣਾ ਹੁੰਦੀ ਹੈ। ਰਾਤ ਵੀ ਭੀਖਣ ਸ਼ਾਹ ਉੱਥੇ ਹੀ ਰਿਹਾ ਤੇ ਕੁਝ ਖਾਣ ਪੀਣ ਵੀ ਨਾ ਕੀਤਾ। ਸਵੇਰ ਹੋਈ ਤਾਂ ਤਿੰਨੇ ਫਕੀਰ, ਭੀਖਣ ਸ਼ਾਹ ਤੇ ਉਸ ਦੇ 2 ਚੇਲੇ ਦਰਵਾਜ਼ੇ ਅੱਗੇ ਹੀ ਬੈਠੇ ਰਹੇ। ਹਿਰਦੇ ਵਿੱਚ ਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਰਹੇ। ਹੇ ਪੂਰਨ ਪ੍ਰਭੂ, ਸਾਨੂੰ ਦਰਸ਼ਨ ਦਿਓ। ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਸਾਡਾ ਸੰਕਲਪ ਪੂਰਾ ਕਰੋ ਤੇ ਦਰਸ਼ਨ ਦਿਓ। ਪੂਰਨ ਗੁਰੂ ਜੀ ਸਾਰਿਆਂ ਦੇ ਦਿਲਾਂ ਦੇ ਮਾਲਕ ਹਨ। ਇਹਨਾਂ ਦੇ ਪਿਤਾ ਅਤੇ ਦਾਦਾ ਰਣ ਖੇਤਰ ਦੇ ਵੱਡੇ ਸੂਰਬੀਰ ਹੋਏ ਹਨ। ਜਦ ਇਹਨਾਂ ਦੇ ਮਨ ਨੂੰ ਪ੍ਰੇਰੋਗੇ ਬਾਲਕ ਰੂਪ ਪ੍ਰਭੂ ਨੂੰ, ਤਦ ਵੇਖ ਲਵਾਂਗੇ। ਆਪਣੇ ਪ੍ਰੇਮੀ ਦੀ ਭਾਵਨਾ ਪੂਰੀ ਕਰੋ ਤੇ ਪਰਮ ਪਵਿੱਤਰ ਪ੍ਰੇਮ ਦੀ ਪਰਖ ਕਰੋ। ਤੁਸੀਂ ਹਰ ਇੱਕ ਦੇ ਦਿਲ ਦੀ ਗੱਲ ਜਾਣਨ ਵਾਲੇ ਹੋ ਤੇ ਮਨ ਵਿੱਚ ਪਿਆਰੇ ਜਾਣ ਕੇ ਦਰਸ਼ਨ ਦਿਓ। ਇਸ ਤਰ੍ਹਾਂ ਕਈ ਗੁਣ ਵਰਣਨ ਕਰਦੇ ਸਨ। ਜਦ ਸਵੇਰ ਹੋਈ ਤਾਂ ਰੌਸ਼ਨੀ ਵੇਖੀ। ਗੁਰੂ ਘਰ ਦੇ ਸਾਰੇ ਸੇਵਕ ਭੀਖਣ ਸ਼ਾਹ ਦੀਆਂ ਬੇਨਤੀਆਂ ਸੁਣ ਕੇ ਆਏ ਤੇ ਉਹਨਾਂ ਨੇ ਉਸ ਦੇ ਪਾਸ ਹੋ ਕੇ ਵੇਖਿਆ। ਹੱਥ ਵਿੱਚ ਤਸਬੀਹ ਫੜ ਕੇ ਫੇਰ ਰਿਹਾ ਸੀ ਤੇ ਹਿਰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰਨ ਕਰ ਰਿਹਾ ਸੀ ਤੇ ਕਹਿੰਦਾ ਸੀ, ਦਰਸ਼ਨ ਕਰਨ ਤੋਂ ਬਗੈਰ ਨਹੀਂ ਜਾਵਾਂਗਾ। ਇੱਥੇ ਬੈਠਾ ਹੀ ਦਿਨ ਬਤੀਤ ਕਰਾਂਗਾ। ਗੁਰੂ ਘਰ ਦੀ ਇਹ ਮਰਿਆਦਾ ਹੈ, ਕਿਤੇ ਲੁਕੀ ਛਿਪੀ ਨਹੀਂ ਹੈ। ਸਾਰੇ ਜੱਗ ਵਿੱਚ ਪ੍ਰਗਟ ਹੈ ਕਿ ਗੁਰੂ ਜੀ ਸੇਵਕ ਦੀ ਸ਼ਰਧਾ ਵੇਖਦੇ ਹਨ। ਮਾਮਾ ਕਿਰਪਾਲ ਚੰਦ ਜੀ ਸਹਿਤ ਸਾਰੇ ਸੇਵਕਾਂ ਨੇ ਸੁਣਿਆ ਤੇ ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਸਾਰੀ ਗੱਲ ਉਚਾਰਨ ਕੀਤੀ। ਇਹ ਪੀਰ ਤਾਂ ਮਹਾਨ ਦਰਵੇਸ਼ ਹੈ। ਇਹ ਦਿਸਦਾ ਹੈ ਕਿ ਇਹਨਾਂ ਦਾ ਗੁਰੂ ਜੀ ਨਾਲ ਵਿਸ਼ੇਸ਼ ਪ੍ਰੇਮ ਹੈ। ਦਰਸ਼ਨ ਬਗੈਰ ਇਹਨਾਂ ਦੀ ਹੋਰ ਕੋਈ ਚਾਹਤ ਨਹੀਂ ਹੈ। ਕੁਝ ਖਾਣ ਪੀਣ ਵੀ ਨਹੀਂ ਕੀਤਾ ਹੈ। ਦਰਸ਼ਨ ਕੀਤੇ ਬਗੈਰ ਉਹ ਉੱਠੇਗਾ ਨਹੀਂ। ਹਿਰਦੇ ਵਿੱਚ ਹੌਸਲਾ ਧਾਰ ਕੇ ਬੈਠਾ ਹੈ। ਇਹ ਸੁਣ ਕੇ ਮਾਤਾ ਨਾਨਕੀ ਜੀ ਫਿਰ ਬੋਲੇ, ਤੁਸੀਂ ਸਾਰੇ ਹਿਰਦੇ ਵਿੱਚ ਵਿਚਾਰ ਕਰੋ। ਬਹੁਤ ਦੇਰ ਤੋਂ ਚਾਹੁੰਦੇ ਰਹੇ ਹਾਂ। ਵੱਡੇ ਗੁਰੂ ਜੀ ਦੇ ਪਾਸ ਬੇਨਤੀ ਕਹਿੰਦੇ ਰਹੇ ਹਾਂ। ਬਾਰ-ਬਾਰ ਸਿਨੇਮਰ ਹੋ ਕੇ ਵੱਡੀਆਂ ਬਾਹਾਂ ਵਾਲੇ ਸਪੁੱਤਰ ਨੂੰ ਮੰਗਦੇ ਰਹੇ ਹਾਂ। ਮਾਮਾ ਕਿਰਪਾਲ ਚੰਦ ਜੀ ਤੋਂ ਸੁਣ ਕੇ ਮਾਤਾ ਗੁਜਰੀ ਜੀ ਨੇ ਹਲੇ ਆਪਣਾ ਮਨ ਗੁਰੂ ਜੀ ਦੇ ਦਰਸ਼ਨ ਕਰਾਉਣ ਵਾਸਤੇ ਨਹੀਂ ਬਣਾਇਆ ਤੇ ਉਹਨਾਂ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ, ਗੁਰੂ ਘਰ ਤੋਂ ਉਸ ਨੂੰ ਸਵਾਦੀ ਭੋਜਨ ਛਕਾਓ। ਘਿਓ, ਮਿੱਠਾ, ਅਨੇਕ ਪ੍ਰਕਾਰ ਦਾ ਆਹਾਰ ਦਿਓ। ਹੋਰ ਚਾਹੇ ਕੁਝ ਵੀ ਮੰਗ ਲਵੇ, ਵਸਤਰ, ਧਨ ਆਦਿ, ਕਿਸੇ ਦੇਰ ਬਗੈਰ ਦਿਓ। ਮਾਤਾ ਗੁਜਰੀ ਜੀ ਪਾਸੋਂ ਸੁਣ ਕੇ ਸਾਰੇ ਬਾਹਰ ਆ ਗਏ ਤੇ ਭੀਖਣ ਸ਼ਾਹ ਨੂੰ ਮਿਲ ਕੇ ਸਮਝਾਉਣ ਲੱਗੇ। ਮਾਂ ਨੂੰ ਪੁੱਤਰ ਅਤੀ ਪਿਆਰਾ ਹੁੰਦਾ ਹੈ ਅਤੇ ਬਾਲਕ ਦੀ ਛੋਟੀ ਉਮਰ ਬਾਰੇ ਵੀ ਤੁਸੀਂ ਵਿਚਾਰ ਕਰੋ। ਥੋੜੇ ਹੀ ਦਿਨ ਹੋਏ ਹਨ ਕਿ ਜਨਮ ਹੋਇਆ ਹੈ। ਹੁਣ ਤੱਕ ਬਾਹਰ ਨਹੀਂ ਕੱਢਿਆ ਹੈ। ਗੁਰੂ ਘਰ ਤੋਂ ਸਰਬ ਪ੍ਰਕਾਰ ਦਾ ਭੋਜਨ ਛਕੋ ਤੇ ਤ੍ਰਿਪਤ ਹੋ ਕੇ ਮਨ ਨੂੰ ਪ੍ਰਸੰਨ ਕਰੋ। ਤੁਸੀਂ ਥੱਕੇ ਹੋਏ ਹੋ ਤੇ ਭੁੱਖੇ ਪਿਆਸੇ ਹੋ। ਇੱਕ ਰਸ ਮੌਨ ਧਾਰ ਕੇ ਬੈਠੇ ਹੋ। ਸ੍ਰੀ ਗੁਰੂ ਜੀ ਦੇ ਦਰਬਾਰ ਅੱਗੇ ਹੱਠ ਧਾਰ ਕੇ ਬੈਠਣਾ ਬਣਦਾ ਨਹੀਂ ਹੈ। ਇਹ ਸੁਣ ਕੇ ਭੀਖਣ ਸ਼ਾਹ ਫਿਰ ਬੋਲਿਆ, ਜਿਸ ਦੇ ਹਿਰਦੇ ਵਿੱਚ ਅਡੋਲ ਸ਼ਰਧਾ ਹੈ। ਪਟਨੇ ਸ਼ਹਿਰ ਵਿੱਚ ਜਦ ਮੈਂ ਪ੍ਰਵੇਸ਼ ਕੀਤਾ ਸੀ ਤਾਂ ਸਿਰ ਨਿਵਾ ਕੇ ਮੈਂ ਪ੍ਰਣ ਕੀਤਾ ਸੀ, ਪ੍ਰਤਾਪੀ ਅਤੇ ਚਿਰੰਜੀਵ ਬਾਲਕ ਦੇ ਪਹਿਲਾਂ ਦਰਸ਼ਨ ਕਰਾਂਗਾ ਤੇ ਫਿਰ ਪ੍ਰਸੰਨ ਹੋ ਕੇ ਖਾਵਾਂ ਪੀਵਾਂਗਾ। ਸੈਂਕੜੇ ਕੋਹ ਤੋਂ ਚੱਲ ਕੇ ਆਇਆ ਹਾਂ। ਪ੍ਰਭੂ ਦਾ ਜਨਮ ਜਾਣ ਕੇ ਮੇਰਾ ਮਨ ਬਹੁਤ ਪ੍ਰਸੰਨ ਹੋਇਆ ਹੈ। ਜਿਵੇਂ ਠੀਕ ਜਾਣੋ ਉਸ ਤਰ੍ਹਾਂ ਹੀ ਦਰਸ਼ਨ ਕਰਾਓ। ਸਾਡਾ ਕਿਹਾ ਮੰਨ ਕੇ ਸਾਨੂੰ ਪ੍ਰਸੰਨ ਕਰੋ, ਨਹੀਂ ਤਾਂ ਇਸ ਦਰਬਾਰ ਦੇ ਅੱਗੇ ਪਏ ਰਹਾਂਗੇ ਤੇ ਪਰਵਰਦਿਗਾਰ ਦੀ ਬੰਦਗੀ ਕਰਾਂਗੇ। ਇਹ ਸੁਣ ਕੇ ਭਾਈ ਕਿਰਪਾਲ ਚੰਦ ਤੇ ਹੋਰ ਸੇਵਕਾਂ ਨੇ ਭੀਖਣ ਸ਼ਾਹ ਦੇ ਹੌਸਲੇ ਤੇ ਅਟਲ ਵਿਸ਼ਵਾਸ ਨੂੰ ਪਰਖਿਆ ਤੇ ਉਹਨਾਂ ਨੇ ਮਾਤਾ ਨਾਨਕੀ ਜੀ ਦੇ ਪਾਸ ਆ ਕੇ ਸਾਰੀ ਗਾਥਾ ਤੋਂ ਜਾਣੂ ਕੀਤਾ। ਮਾਤਾ ਨਾਨਕੀ ਜੀ ਨੇ ਉਸ ਸਮੇਂ ਸੁਣ ਕੇ ਬਚਨ ਕਹੇ, ਹੇ ਭਾਈ ਕਿਰਪਾਲ ਜੀ, ਦਰਵਾਜ਼ੇ ਦੇ ਅੰਦਰ ਪਲੰਗ ਢਹਾਓ ਤੇ ਸਰਬ ਪ੍ਰਕਾਰ ਰੱਖਿਆ ਦਾ ਇੰਤਜ਼ਾਮ ਕਰੋ। ਸਿੱਖ ਸੇਵਕ ਸਾਰੇ ਨੇੜੇ ਹੋਣੇ ਚਾਹੀਦੇ ਹਨ। ਸੁੰਦਰ ਕੱਪੜੇ ਵਿਛਾ ਕੇ ਫਰਸ਼ ਤਿਆਰ ਕਰੋ।
ਗੁਰੂ ਜੀ ਦੇ ਸ਼ਬਦਾਂ ਦਾ ਗਾਇਨ ਹੋਵੇ, ਆਪਣੇ ਰਬਾਬੀ ਨੂੰ ਬੁਲਾ ਲਓ। ਇਸ ਤਰ੍ਹਾਂ ਉਹਨਾਂ ਨੇ ਸਾਰੀ ਤਿਆਰੀ ਕਰਵਾਈ। ਸਾਰੇ ਅਨੇਕ ਪ੍ਰਕਾਰ ਦੇ ਉਪਹਾਰ ਲੈ ਕੇ ਆਏ। ਪਹਿਲੀ ਵਾਰ ਦਰਸ਼ਨ ਕਰਾਂਗੇ, ਪ੍ਰਸੰਨ ਹੋਏ। ਰੰਗਦਾਰ ਰੇਸ਼ਮ ਦੀ ਝੱਗੀ ਬੜੀ ਚਮਕਦੀ ਸੀ, ਜਿਸ ਨੂੰ ਬਹੁਤ ਮਹੀਨ ਗੋਟਾ ਲੱਗਿਆ ਹੋਇਆ ਸੀ। ਅਨੇਕ ਪ੍ਰਕਾਰ ਦੀ ਸ੍ਰੇਸ਼ਟ ਅਤੇ ਸੁੰਦਰ ਤਿਆਰੀ ਹੋਈ ਸੀ। ਦਰਸ਼ਨ ਕਰਕੇ ਇਸ ਨੂੰ ਅਰਪਣ ਕਰਾਂਗਾ। ਸੁਣ ਕੇ ਸਾਰੇ ਉਤਾਵਲੇ ਹੋ ਕੇ ਉਪਹਾਰ ਲਿਆਏ। ਕਈਆਂ ਨੇ ਗਹਿਣੇ ਕਢਵਾਏ ਸਨ। ਦਰਸ਼ਨਾਂ ਦੀ ਉਡੀਕ ਵਾਲੇ ਸਾਰੇ ਸਿੱਖ ਸੇਵਕ ਪਹੁੰਚ ਰਹੇ ਸਨ। ਉਹਨਾਂ ਦੇ ਗਰਮ ਕਾਲੀਨ ਤੇ ਗਲੀਚੇ ਵਿਛਾ ਕੇ ਸੁੰਦਰ ਇਕਸਾਰ ਫਰਸ਼ ਤਿਆਰ ਕੀਤਾ। ਸੋਨੇ ਨਾਲ ਜੜੇ ਹੋਏ ਪਲੰਗ ਦੇ ਉੱਤੇ ਸੁੰਦਰ ਵਿਛੋਣੇ ਵਿਛਾਏ ਗਏ। ਸੂਖਮ ਵੱਡੇ ਉੱਪਰ ਸਿਰਹਾਣੇ ਧਰੇ ਗਏ। ਪਲੰਗ ਦੇ ਵਿਛੋਣੇ ਨੂੰ ਪਾਵਿਆਂ ਦੇ ਸਿਰੇ ਨਾਲ ਜ਼ਰੀ ਦੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਫਿਰ ਮਾਮਾ ਕਿਰਪਾਲ ਜੀ ਮਾਤਾ ਗੁਜਰੀ ਜੀ ਦੇ ਪਾਸ ਗਏ ਤੇ ਆਪਣੇ ਦੋਹਾਂ ਹੱਥਾਂ ਤੇ ਬਾਲ ਨੂੰ ਚੁੱਕ ਲਿਆ। ਹੌਲੀ ਹੌਲੀ ਬਹੁਤ ਅਦਬ ਨਾਲ ਬਾਲਾ ਪ੍ਰੀਤਮ ਨੂੰ ਉਸ ਸਮੇਂ ਲੈ ਕੇ ਆਏ। ਗੋਲ ਪੱਖਾ ਅੱਗੇ ਕੀਤਾ ਤਾਂ ਕਿ ਸੂਰਜ ਵਾਲੇ ਪਾਸੇ ਤੋਂ ਧੁੱਪ ਨਾ ਲੱਗੇ। ਸੁੰਦਰ ਚੌਰ ਲੈ ਕੇ ਪਿੱਛੇ ਹੋ ਕੇ ਬਾਲਾ ਪ੍ਰੀਤਮ ਦੇ ਉੱਪਰ ਇੱਧਰ ਉੱਧਰ ਚੰਗੀ ਤਰ੍ਹਾਂ ਝੁਲਾ ਰਹੇ ਸਨ। ਸੁਖਦਾਇਕ ਸ਼ਬਦ ਫਿਰ ਸੁੰਦਰ ਰਾਗ ਰਾਗਣੀਆਂ ਵਿੱਚ ਗਾਉਣ ਲੱਗੇ। ਰਿਬਾਬ ਤੇ ਮਿਰਦੰਗ ਬਹੁਤ ਉੱਚੀ ਉੱਚੀ ਵੱਜ ਰਿਹਾ ਸੀ, ਜਿਸ ਨੂੰ ਸੁਣਨ ਨਾਲ ਭਾਰੀ ਸੁੱਖ ਪ੍ਰਾਪਤ ਹੁੰਦਾ ਸੀ। ਫਿਰ ਭੀਖਣ ਸ਼ਾਹ ਨੂੰ ਬੁਲਾ ਲਿਆ ਤੇ ਉਸ ਨੂੰ ਕਿਹਾ, ਮਨ ਭਾਉਂਦੇ ਸੁਖਦਾਇਕ ਦਰਸ਼ਨ ਕਰੋ। ਭੀਖਣ ਸ਼ਾਹ ਪ੍ਰਸੰਨ ਹੋ ਕੇ ਉੱਠ ਕੇ ਅੰਦਰ ਚਲਾ ਗਿਆ। ਬੜਾ ਅਦਬ ਕਰਕੇ ਪਾਸ ਖੜਾ ਹੋ ਗਿਆ। ਜਿਸ ਦੇ ਹੱਥ ਵਿੱਚ ਤਸਬੀਹ ਸੀ ਉਸਨੇ ਬੰਦਨਾ ਕੀਤੀ ਤੇ ਸ਼ੁਭ ਢੰਗ ਨਾਲ ਉਸਤਤ ਕਰਨ ਲੱਗਾ। ਤੁਸੀਂ ਕਰਮਾਂ ਦੇ ਫਲ ਤੋਂ ਪਾਕ ਹੋ, ਭਾਵ ਤੁਸੀਂ ਜਗਤ ਵਿੱਚ ਸਵੈ ਛੰਦ ਆਏ ਹੋ। ਕਿਸੇ ਕਰਮ ਦਾ ਫਲ ਤੁਹਾਨੂੰ ਨਹੀਂ ਲਿਆਇਆ ਹੈ। ਤੁਸੀਂ ਕਿਰਪਾਲੂ ਹੋ, ਮਹਾਨ ਹੋ। ਹੇ ਪੀਰਾਂ ਦੇ ਪੀਰ, ਮੇਰੇ ਗੁਨਾਹ ਬਖਸ਼ੋ। ਮੈਂ ਤੁਹਾਡੇ ਚਰਨਾਂ ਨਾਲ ਆ ਲੱਗਾ ਹਾਂ। ਤੁਸੀਂ ਮੇਰੇ ਹਿਰਦੇ ਦੇ ਸਾਰੇ ਮਨੋਰਥ ਜਾਣਦੇ ਹੋ। ਆਪ ਜੀ ਦੇ ਪੰਥ ਦਾ ਮੈਂ ਇੱਕ ਅੰਗ ਹਾਂ। ਤੁਰਕਾਂ ਦੇ ਤੇਜ ਪ੍ਰਤਾਪ ਦੀ ਜੜ ਕੱਟੀ ਜਾਣੀ ਹੈ। ਜੇ ਆਪ ਰੱਖ ਲਵੋਗੇ ਤਾਂ ਮੇਰੀ ਜੜ ਨਹੀਂ ਕੱਟੀ ਜਾਵੇਗੀ। ਹੇ ਕਿਰਪਾਲੂ ਜੀ, ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਸਾਰੇ ਤੁਰਕਾਂ ਨਾਲੋਂ ਵੱਖਰਾ ਰੱਖੋ। ਤਾਂ ਹੁਣ ਮੈਨੂੰ ਦੱਸ ਦਿਓ ਤੇ ਮੇਰੇ ਹਿਰਦੇ ਦੇ ਅੰਦਰ ਦੀ ਗੱਲ ਸਮਝ ਲਓ। ਇੱਕ ਘੜੀ ਇਸ ਤਰ੍ਹਾਂ ਕਹਿ ਕੇ ਮਿੱਟੀ ਦੀਆਂ 2 ਕੁੱਜੀਆਂ ਲਈਆਂ, ਜਿਨ੍ਹਾਂ ਵਿੱਚ ਮਿੱਠਾ ਪਕਵਾਨ ਪਾਇਆ ਸੀ। ਸਫੇਦ ਕੱਪੜਾ ਲੈ ਕੇ ਉਹਨਾਂ ਕੁੱਜੀਆਂ ਦਾ ਮੂੰਹ ਬੰਨ੍ਹਿਆ ਹੋਇਆ ਸੀ। ਪਹਿਲਾਂ ਮੁਰੀਦ ਪਾਸੋਂ ਆਪਣੇ ਪਾਸ ਮੰਗਵਾਈਆਂ ਤੇ ਫਿਰ ਉਸ ਪਾਸੋਂ ਲੈ ਕੇ ਆਪਣੇ ਹੱਥ ਵਿੱਚ ਚੁੱਕ ਲਈਆਂ। ਦੋਵਾਂ ਕੁੱਜੀਆਂ ਨੂੰ ਦੋਵਾਂ ਹੱਥਾਂ ਉੱਤੇ ਧਰ ਕੇ ਸਤਿਗੁਰੂ ਜੀ ਦੀ ਸ਼ੁਭ ਸਿਫਤ ਉਚਾਰਨ ਕੀਤੀ। ਪਰਖਣ ਵਾਸਤੇ ਫਿਰ ਅੱਗੇ ਹੋਇਆ ਤੇ ਬਹੁਤ ਨੇੜੇ ਹੋਣ ਲੱਗਾ। ਸਤਿਗੁਰੂ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਸੀ। ਦਰਸ਼ਨ ਬੜੇ ਸੁੰਦਰ ਸਨ, ਮਾਨੋ ਕਾਮਦੇਵ ਜਾਂ ਚੰਦ ਹੋਵੇ। ਚਿਹਰਾ ਮੰਡਲ ਮਾਨੋ ਅੰਮ੍ਰਿਤ ਦਾ ਕੁੰਡ ਹੈ, ਜੋ ਕਿਸੇ ਕਿਸੇ ਵੇਲੇ ਮੁਸਕਰਾਉਂਦੇ ਹਨ ਤਾਂ ਇੰਜ ਲੱਗਦਾ ਮਾਨੋ ਅੰਮ੍ਰਿਤ ਦੀ ਲਹਿਰ ਉੱਠੀ ਹੈ। ਜਿਵੇਂ ਜਿਵੇਂ ਭੀਖਣ ਸ਼ਾਹ ਮੁਖ ਤੋਂ ਬੋਲਦਾ ਸੀ, ਤਿਵੇਂ ਤਿਵੇਂ ਬਾਲਾ ਪ੍ਰੀਤਮ ਜੀ ਵੇਖ ਵੇਖ ਹੱਸਦੇ ਸਨ ਤੇ ਸਰੀਰ ਡੋਲਦਾ ਸੀ। ਹੱਥ ਪੈਰ ਕਦੀ ਉੱਪਰ ਚੁੱਕਦੇ ਸਨ, ਕਦੀ ਥੱਲੇ ਕਰ ਲੈਂਦੇ ਸਨ। ਸੋਨੇ ਦੇ ਕੜਿਆਂ ਵਿੱਚ ਹੀਰੇ ਜੜੇ ਹੋਏ ਸਨ। ਉਂਗਲਾਂ ਤੱਕ ਜੰਜੀਰੀਆਂ ਲੱਗੀਆਂ ਹੋਈਆਂ ਸਨ। ਮੁੰਦਰੀ ਬੜੀ ਸੁੰਦਰਤਾ ਨਾਲ ਜੜੀ ਹੋਈ ਸੀ। ਪੀਲੇ ਰੰਗ ਦੀ ਝੱਗੀ ਬੜੀ ਸ਼ੋਭ ਰਹੀ ਸੀ। ਬਾਲਾ ਪ੍ਰੀਤਮ ਜੀ ਅੱਖਾਂ ਦੀਆਂ ਪੁਤਲੀਆਂ ਇੱਧਰ ਉੱਧਰ ਵੇਖ ਕੇ ਸੰਗਤ ਵੱਲ ਵੇਖ ਸਭ ਦਾ ਕਲਿਆਣ ਕਰ ਰਹੇ ਸਨ। ਚੌੜਾ ਮੱਥਾ ਹੈ, ਸਿਰ ਤੇ ਕੇਸ ਬੜੇ ਸੁੰਦਰ ਅਤੇ ਛੋਟੇ ਛੋਟੇ ਹਨ। ਚਾਰੇ ਪਾਸੇ ਸੰਗਤ ਹੱਥ ਜੋੜ ਕੇ ਖਲੋਤੀ ਹੈ। ਛੋਟੇ ਸਤਿਗੁਰੂ ਮਾਲਕ ਦੇ ਦਰਸ਼ਨ ਕਰ ਰਹੇ ਸਨ। ਭੀਖਣ ਸ਼ਾਹ ਨੇ ਜਦ ਸਿਨੇਮਰ ਹੋ ਕੇ ਦੋਵੇਂ ਕੁੱਜੀਆਂ ਬਾਲਾ ਪ੍ਰੀਤਮ ਦੇ ਨੇੜੇ ਕੀਤੀਆਂ ਤਾਂ ਸ਼੍ਰੀ ਗੁਰੂ ਜੀ ਨੇ ਦੋਵੇਂ ਹੱਥ ਪਸਾਰੇ ਤੇ ਉਸ ਸਮੇਂ ਕੁੱਜੀਆਂ ਨੂੰ ਛੂਹਣ ਲੱਗੇ, ਪਰ ਫਿਰ ਵੀ ਹੱਥ ਕੁੱਜੀਆਂ ਤੱਕ ਪਹੁੰਚਦੇ ਨਹੀਂ ਸਨ। ਗੋਦੀ ਵਿੱਚ ਪਏ ਕਿੱਥੋਂ ਤੱਕ ਛੂਹ ਸਕਦੇ ਸਨ। ਭੀਖਣ ਸ਼ਾਹ ਦੇ ਮਨ ਦੀ ਗੱਲ ਜਾਣ ਕੇ ਉਹਨਾਂ ਨੇ ਬਾਹਾਂ ਬਹੁਤ ਅੱਗੇ ਵਧਾਈਆਂ ਤੇ ਦੋਵਾਂ ਕੁੱਜੀਆਂ ਤੇ ਆਪਣਾ ਇੱਕ ਹੱਥ ਰੱਖ ਦਿੱਤਾ, ਪਰ ਖੜੀ ਸੰਗਤ ਇਸ ਬਾਰੇ ਕੁਝ ਨਾ ਸਮਝ ਸਕੀ। ਕੇਵਲ ਇੱਕ ਭੀਖਣ ਸ਼ਾਹ ਹੀ ਵੇਖ ਕੇ ਸਮਝ ਸਕਿਆ। ਜਦ ਬਾਲਾ ਗੁਰੂ ਜੀ ਨੇ ਕੁੱਜੀਆਂ ਤੇ ਹੱਥ ਰੱਖੇ ਤਾਂ ਬਾਲਾ ਪ੍ਰੀਤਮ ਜੀ ਨੇ ਆਪਣੇ ਹੱਥਾਂ ਦਾ ਭਾਰ ਹਜ਼ਾਰਾਂ ਮਣਾਂ ਦਾ ਕਰ ਲਿਆ। ਭੀਖਣ ਸ਼ਾਹ ਨੇ ਆਪਣੀ ਕਰਮਾਤ ਦੇ ਨਾਲ ਕੁੱਜੀਆਂ ਨੂੰ ਦ੍ਰਿੜ ਹੱਥ ਕਰਕੇ ਸੰਭਾਲਿਆ। ਫਿਰ ਗੁਰੂ ਜੀ ਨੇ ਕੁੱਜੀਆਂ ਨੂੰ ਬਹੁਤ ਦਬਾਇਆ। ਪੀਰ ਉਸ ਸ਼ਕਤੀ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਵਿਆਕੁਲ ਹੋ ਗਿਆ।
ਫਿਰ ਪੀਰ ਨੇ ਉਛਲ ਕੇ ਗੁਰੂ ਜੀ ਦੇ ਚਰਨਾਂ ਵੱਲ ਵੇਖਿਆ ਤੇ ਕਿਹਾ, ਮੈਂ ਇਹਨਾਂ ਚਰਨਾਂ ਦਾ ਦਾਸ ਹਾਂ। ਤੁਰੰਤ ਗੁਰੂ ਜੀ ਨੇ ਕੁੱਜੀਆਂ ਤੋਂ ਹੱਥ ਚੁੱਕ ਲਏ। ਭੀਖਣ ਸ਼ਾਹ ਤੋਂ ਬਗੈਰ ਹੋਰ ਕੋਈ ਇਹ ਭੇਦ ਨਾ ਸਮਝ ਸਕਿਆ। ਭੀਖਣ ਸ਼ਾਹ ਫਿਰ ਮਨ ਵਿੱਚ ਅਤੀ ਆਨੰਦਿਤ ਹੋ ਗਿਆ, ਜਿਵੇਂ ਕਠਨ ਤਪ ਦਾ ਉਸਨੇ ਫਲ ਪ੍ਰਾਪਤ ਕੀਤਾ ਹੋਵੇ, ਜਿਵੇਂ ਜਨਮਾਂ ਦੇ ਗਰੀਬ ਨੇ ਨੌ-ਨਿਧ ਖਜ਼ਾਨਾ ਪਾ ਲਿਆ ਹੋਵੇ, ਜਿਵੇਂ ਪਿਆਸ ਨਾਲ ਮਰਨ ਵਾਲੇ ਨੂੰ ਜਲ ਮਿਲ ਗਿਆ ਹੋਵੇ। ਭੀਖਣ ਸ਼ਾਹ ਦੀ ਸਾਰੀ ਭਾਵਨਾ ਪੂਰੀ ਹੋਈ। ਫਿਰ ਉਸਨੇ ਸਿਰ ਨਿਵਾ ਕੇ ਬੰਦਨਾ ਕੀਤੀ। ਉਹ ਕੁੱਜੀਆਂ ਉਸਨੇ ਆਪਣੇ ਮੁਰੀਦਾਂ ਨੂੰ ਫੜਾ ਦਿੱਤੀਆਂ ਤੇ ਅੱਖਾਂ ਭਰ ਕੇ ਗੁਰੂ ਜੀ ਦੇ ਦਰਸ਼ਨ ਕੀਤੇ। ਸਾਰੀ ਸਿੱਖ ਸੰਗਤ ਆ ਕੇ ਉਪਹਾਰ ਧਰ ਰਹੀ ਸੀ। ਕੋਈ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਲਿਆਉਂਦਾ ਸੀ ਤੇ ਆ ਕੇ ਸਤਿਗੁਰੂ ਜੀ ਦੇ ਪਾਸ ਵਰਤਾ ਦਿੰਦਾ ਸੀ। ਗੁਰੂ ਜੀ ਨੇ 4 ਘੜੀਆਂ ਦਰਸ਼ਨ ਦਿੱਤੇ। ਸਿੱਖ ਸੰਗਤ ਨੇ ਵੱਡਾ ਉਤਸਵ ਕੀਤਾ। ਸਾਰਿਆਂ ਨੇ ਦਰਸ਼ਨਾਂ ਦਾ ਕਾਰਨ ਜਾਣਿਆ ਕਿ ਪੀਰ ਨੇ ਬਾਹਰ ਬੈਠ ਕੇ ਵੱਡਾ ਹਠ ਕੀਤਾ ਸੀ, ਇਸ ਕਰਕੇ ਸਾਰਿਆਂ ਨੂੰ ਦਰਸ਼ਨ ਹੋ ਗਏ ਹਨ। ਬਾਲਾ ਗੁਰੂ ਜੀ ਦਾ ਸੁੰਦਰ ਛੋਟਾ ਸਰੂਪ ਵੇਖਿਆ। ਸਾਰੇ ਸਿੱਖ ਭੀਖਣ ਸ਼ਾਹ ਨੂੰ ਮਿਲ ਕੇ ਵੇਖ ਕੇ ਕਹਿਣ ਲੱਗੇ, ਧੰਨ ਪੀਰ ਜੀ, ਤੁਸੀਂ ਸਾਰਿਆਂ ਨੂੰ ਗੁਰੂ ਜੀ ਦੇ ਦਰਸ਼ਨ ਕਰਵਾਏ ਹਨ। ਵੱਡਾ ਉਤਸਵ ਹੋਇਆ ਹੈ ਤੇ ਸਿੱਖ ਬਹੁਤ ਪ੍ਰਸੰਨ ਹੋਏ ਹਨ। ਸ਼੍ਰੀ ਗੁਰੂ ਜੀ ਨੂੰ ਫਿਰ ਅੰਦਰ ਲੈ ਗਏ। ਫਿਰ ਸਿੱਖ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਤਦ ਪੀਰ ਜੀ ਨੇ ਖਾਣਾ ਖਾਧਾ ਤੇ ਆਪਣੀ ਕਾਮਨਾ ਪੂਰੀ ਹੋਣ ਤੇ ਪ੍ਰਸੰਨ ਹੋਏ। ਪੀਰ ਜੀ ਦੇ ਜਿਹੜੇ ਮੁਰੀਦ ਸਨ ਉਹ ਪੁੱਛਣ ਲੱਗੇ, ਤੁਸੀਂ ਜਿਹੜੀਆਂ ਕੁੱਜੀਆਂ ਗੁਰੂ ਜੀ ਦੇ ਅੱਗੇ ਲੈ ਕੇ ਗਏ ਸੀ, ਉਹ ਗੁਰੂ ਜੀ ਨੂੰ ਅਰਪਣ ਨਹੀਂ ਕੀਤੀਆਂ ਹਨ। ਇਹਨਾਂ ਕੁੱਜੀਆਂ ਨਾਲ ਕਿਹੜਾ ਕਾਰਜ ਪੂਰਾ ਹੋਇਆ ਹੈ? ਜਿਵੇਂ ਲੈ ਕੇ ਗਏ ਸੀ ਉਸ ਤਰ੍ਹਾਂ ਹੀ ਵਾਪਸ ਲਿਆਏ ਹੋ। ਵਿਅਰਥ ਕਿਰਤ ਇਹ ਦਿਖਾਈ ਦਿੰਦੀ ਹੈ। ਇਸ ਦੀ ਸਾਨੂੰ ਕੋਈ ਸਮਝ ਨਹੀਂ ਆਈ ਹੈ। ਤੁਸੀਂ ਹੱਥ ਵਿੱਚ ਫੜ ਕੇ ਇਹ ਕੁੱਜੀਆਂ ਗੁਰੂ ਜੀ ਦੇ ਅੱਗੇ ਕਿਉਂ ਕੀਤੀਆਂ ਸਨ? ਇਹ ਸੁਣ ਕੇ ਭੀਖਣ ਸ਼ਾਹ ਨੇ ਕਿਹਾ, ਇਹ ਮਹਾਨ ਅਵਤਾਰੀ ਪੁਰਖ ਹਨ। ਤੁਰਕਾਂ ਦੇ ਤੇਜ ਨੂੰ ਮਿਟਾਉਣ ਵਾਸਤੇ ਜਗਤ ਵਿੱਚ ਆਪਣੇ ਪੰਥ ਦਾ ਵਿਸਥਾਰ ਕਰਨਗੇ। ਮੈਂ ਮਨ ਵਿੱਚ ਇਹ ਗੱਲ ਧਾਰਨ ਕੀਤੀ ਸੀ, ਜੇ ਇਹ ਦੋਵਾਂ ਕੁੱਜੀਆਂ ਉੱਤੇ ਹੱਥ ਰੱਖਣਗੇ ਤਾਂ ਜਗਤ ਵਿੱਚ ਹਿੰਦੂ ਤੁਰਕ ਦੋਵੇਂ ਰਹਿਣਗੇ। ਜਿਹੜਾ ਪੰਥ ਇਹ ਪ੍ਰਗਟ ਕਰਨਗੇ ਉਹ ਰਾਜ ਲਵੇਗਾ। ਜੇ ਇੱਕ ਕੁੱਜੀ ਉੱਤੇ ਆਪਣਾ ਹੱਥ ਧਰਦੇ ਤਾਂ ਜਗਤ ਵਿੱਚ ਫਿਰ ਤੁਰਕ ਨਾ ਰਹਿੰਦੇ। ਇਸ ਕਰਕੇ ਮੈਂ ਇਹ ਪਰਖ ਕਰਨ ਵਾਸਤੇ ਆਇਆ ਸੀ। ਜਿਹੜਾ ਮੇਰੇ ਹਿਰਦੇ ਵਿੱਚ ਸੰਦੇਹ ਸੀ ਉਹ ਦੂਰ ਹੋ ਗਿਆ ਹੈ। ਇਸ ਤਰ੍ਹਾਂ ਕਹਿ ਕੇ ਭੀਖਣ ਸ਼ਾਹ ਬਹੁਤ ਪ੍ਰਸੰਨ ਹੋਇਆ ਤੇ ਵਾਪਸ ਜਾਣ ਲਈ ਰਾਹੇ ਪੈ ਕੇ ਸ਼ਹਿਰ ਵਿੱਚੋਂ ਬਾਹਰ ਨਿਕਲ ਗਿਆ। ਹੌਲੀ ਹੌਲੀ ਆਪਣੇ ਦੇਸ਼ ਵਿੱਚ ਆ ਗਿਆ। ਉਹ ਹਿਰਦੇ ਵਿੱਚ ਸਦਾ ਹੀ ਖੁਦਾ ਨੂੰ ਯਾਦ ਕਰਦਾ ਰਹਿੰਦਾ ਸੀ। ਭੀਖਣ ਸ਼ਾਹ ਫਿਰ ਮੁਸਕਰਾ ਕੇ ਬੋਲਿਆ, ਜਦ ਗੁਰੂ ਜੀ ਦੀ ਵੱਡੀ ਉਮਰ ਹੋਵੇਗੀ ਤਦ ਮੈਂ ਸਤਿਗੁਰੂ ਜੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਆਪਣੀ ਮੰਗ ਮੰਗਾਂਗਾ। ਗੁਰੂ ਜੀ ਦੀ ਮੂਰਤੀ ਆਨੰਦਦਾਤੀ ਹੈ, ਮਾਨੋ ਚੰਦਰਮਾ ਉਦੇ ਹੋਇਆ ਹੋਵੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਂਗ ਬੰਦਨਾ ਯੋਗ ਹਨ। ਅਤ ਉੱਤਮ ਤੇ ਅਤ ਮਹਾਨ ਯੋਧਾ ਹਨ। ਅਤ ਸੁਸ਼ੀਲ ਤੇ ਵੱਡੀ ਸ਼ਕਤੀ ਦੇ ਆਸਰੇ ਹਨ। ਭਵਿੱਖਤ ਨੂੰ ਜਾਣਨ ਵਾਲੇ ਤੇ ਉਦਾਰ ਚਰਿਤਰਾਂ ਵਾਲੇ ਹੋਣਗੇ, ਜੋ ਮਨੁੱਖ ਨਾ ਕਰ ਸਕੇ। ਭਾਵ ਈਸ਼ਵਰ ਵਾਂਗ ਮਹਾਨ ਉੱਚੇ ਤੇ ਸੁੱਚੇ ਕੰਮ ਕਰਨਗੇ ਤੇ ਯੁੱਧਾਂ ਦਾ ਵਿਸਤਾਰ ਕਰਨਗੇ। ਭੀਖਣ ਸ਼ਾਹ ਫਿਰ ਉਡੀਕ ਕਰਨ ਲੱਗਾ, ਫਿਰ ਇਸ ਥਾਂ ਦਰਸ਼ਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।